Hello students, today we are going to discuss a next topic, that is business risk. So first of all, what is risk? Risk means जोखिम. ठीक है जी. So business risk की है जी. Business risk refers to a chance of loss of earning capacity or asset of the business organization. ਡੈਟ ਮੀਨਸ ਕਿ ਇਹਦੇ ਬਿਜ਼ਨਸ ਰਿਸਕ ਦਾ ਮਤਲਬ ਕੀ ਹੈ ਵੀ ਜਦੋਂ ਆਪਾਂ ਨੂੰ ਇਹ ਲੱਗਦਾ ਵੀ ਆਪਣੇ ਫਿਊਚਰ ਦੇ ਵਿੱਚ ਆਪਣੇ ਪ੍ਰੋਫਿਟ ਘੱਟ ਜਾਣਗੇ ਜਾਂ ਆਪਣੇ ਐਸਟਸ ਦੀ ਵੈਲਿਊ ਡਿਕਰੀਜ਼ ਹੋ ਜਾਣੀ ਆ. ਸੋ ਜਿਹੜੇ ਰਿਸਕ ਹੁੰਦੇ ਆ ਜੇ ਡੈਟ ਆਰ ਪ੍ਰਡਿਕਟੇਬਲ ਔਰ ਅਨਸਰਟੇਨ ਹੁੰਦੇ ਆ. ਠੀਕ ਹੈ ਜੀ. ਆਪਾਂ ਨੂੰ ਨਹੀਂ ਪਤਾ ਹੁੰਦਾ ਜੇ ਕਦੋਂ ਰਿਸਕ ਅਕਰ ਹੋ ਜਾਣਾ. ਠੀਕ ਹੈ. ਦੇਖੋ ਚਾਂਸ ਆਫ ਰਿਸਕ ਜਿਹੜੇ ਅਰਾਈਜ਼ ਹੁੰਦੇ ਆ ਰਾਜੇ ਡਿਊ ਟੂ ਦ ਅਨਫੇਵਰੇਬਲ ਫਿਊਚਰ ਹਮੇਸ਼ਾ ਅਨਫੇਵਰੇਬਲ ਹੁੰਦਾ ਕਿਉਂਕਿ ਆਪਾਂ ਨੂੰ ਨਹੀਂ ਪਤਾ ਹੈ ਨਾ ਵੀ ਫਿਊਚਰ ਦੇ ਵਿੱਚ ਕੀ ਹੋਣਾ. ਆਪਾਂ ਨੂੰ ਪ੍ਰੈਡਿਕਟ ਨਹੀਂ ਕਰ ਸਕਦੇ, 100% ਪ੍ਰੈਡਿਕਟ ਨਹੀਂ ਕਰ ਸਕਦੇ. ਆਪਾਂ ਸਿਰਫ ਅਜ਼ੰਪਸ਼ਨਸ ਲਗਾ ਸਕਦੇ ਹਾਂ. ਸੋ ਸੱਚ ਚੇਂਜਸ ਜਿਹੜੇ ਜਨਰਲੀ ਅਕਰ ਹੁੰਦੇ ਆ ਰਾਜੇ ਹੈ ਨਾ, ਡੈਟ ਆਰ ਨਾਟ ਕੰਟਰੋਲ ਬਾਈ ਦਾ ਬਿਜ਼ਨਸਮੈਨ. ਡੈਟ ਆਰ ਅਨਕੰਟਰੋਲਡ ਹੁੰਦੇ ਆ ਰਾਜੇ, ਕੋਈ ਵੀ ਉਹਨੂੰ ਕੰਟਰੋਲ ਨਹੀਂ ਕਰ ਸਕਦਾ. ਦੇਖੋ ਹਰੇਕ ਬਿਜ਼ਨਸ ਔਰਗਨਾਈਜੇਸ਼ਨ ਨੂੰ ਰਾਜੇ ਲੋੜ ਹੁੰਦੀ ਹੈਗੀ ਸਮ ਗੁੱਡਸ ਨੂੰ, ਸਟਾਕ ਨੂੰ ਨਾ ਮਤਲਬ ਸਟੋਰ ਕਰਕੇ ਰੱਖਦੇ ਆ. ਠੀਕ ਹੈ ਜੀ. ਉਹਨਾਂ ਕੋਲ ਗੁੱਡਸ ਦਾ ਸਟਾਕ ਹੋਣਾ ਕੰਪਲਸਰੀ ਹੁੰਦਾ. ਲਾਈਕ ਹੋ ਸਕਦਾ ਫਿਊਚਰ ਦੇ ਵਿੱਚ ਉਹਦੀ ਡਿਮਾਂਡ ਸਡਨਲੀ ਇਨਕਰੀਜ਼ ਹੋ ਜਾਏ ਹੈ ਨਾ, ਤਾਂ ਉਹ ਆਪਦੀ ਨੀਡਸ ਨੂੰ ਫੁੱਲਫਿਲ ਕਰਨ ਦੇ ਲਈ, ਆਪਦੀ ਡਿਮਾਂਡ ਨੂੰ, ਸਪਲਾਈ ਨੂੰ ਮੇਨਟੇਨ ਕਰਕੇ ਰੱਖਣ ਦੇ ਲਈ ਉਹ ਗੋਦਾਮ ਦੇ ਵਿੱਚ ਕੀ ਹੈ ਰਾਜੇ ਆਪਦੇ ਵੇਅਰ ਹਾਊਸ ਦੇ ਵਿੱਚ ਗੁੱਡਸ ਨੂੰ ਐਕਸਟਰਾ ਗੁੱਡਸ ਪ੍ਰੋਡਿਊਸ ਕਰਕੇ ਰੱਖਦੇ ਆ. ਠੀਕ ਹੈ. ਬਟ ਹੋ ਸਕਦਾ ਰਾਜੇ ਦੇਅਰ ਵੈਲਿਊ ਮੇ ਬੀ ਡਿਕਲਾਈਨ. ਫਿਊਚਰ ਆਉਣ ਵਾਲੇ ਟਾਈਮ ਦੇ ਵਿੱਚ ਉਹਦੀ ਵੈਲਿਊ ਡਿਕਲਾਈਨ ਕਾਹਤੋਂ ਡਿਕਲਾਈਨ ਹੋ ਸਕਦੀ ਹੈ ਜੇ ਬਾਈ ਲਾਈਕ ਚੇਂਜ ਟੈਕਨੋਲੋਜੀ ਚੇਂਜ ਆ ਗਈ, ਕਸਟਮਰ ਦੀ ਨੀਡਸ ਚੇਂਜ ਹੋ ਗਿਆ, ਉਹਦੇ ਟੇਸਟ ਚੇਂਜ ਹੋ ਗਿਆ, ਪ੍ਰੈਫਰੈਂਸ ਚੇਂਜ ਹੋ ਗਈ ਉਹਦੀ. ਠੀਕ ਹੈ ਜੀ. ਫੈਸ਼ਨ ਚੇਂਜ ਹੋ ਗਿਆ ਨਾ, ਤਾਂ ਵੀ ਉਹ ਜਿਹੜੀ ਚੀਜ਼ ਆਪਣੇ ਕੋਲ ਸਟਾਕ ਦੇ ਵਿੱਚ ਜਿਹੜਾ ਪ੍ਰੋਡਕਟ ਪਿਆ ਉਹ ਵੇਸਟ ਹੋ ਜਾਊਗਾ. ਲਾਈਕ ਐਗਜ਼ਾਮਪਲ ਦੇ ਉੱਤੇ ਕਹਿ ਲਓ ਵੀ ਜਿਹੜੇ ਬਲੈਕ ਐਂਡ ਵਾਈਟ ਟੀ ਵੀ ਸੀਗੇ ਹੈ ਨਾ, ਉਹਨਾਂ ਦੀ ਡਿਮਾਂਡ ਸਡਨਲੀ ਡਿਕਲਾਈਨ ਹੋ ਗਈ ਜਦੋਂ ਕਲਰ ਟੀ ਵੀ ਆ ਗਿਆ ਆਪਣੇ ਕੋਲ. ਠੀਕ ਹੈ ਜੀ. ਔਨ ਦਾ ਅਦਰ ਹੈਂਡ ਜਿਹੜੀ ਨੈਚੁਰਲ ਕਲਾਈਮਿਟੀਜ਼ ਆਉਂਦੀਆਂ ਲਾਈਕ ਜਿਵੇਂ ਫਲੱਡ ਦੇ ਨਾਲ ਜੇ ਆਪਾਂ ਨੂੰ ਰਿਸਕ ਹੁੰਦਾ ਫਲੱਡ ਨਾ ਆ ਜਾਣ. ਠੀਕ ਹੈ ਜੀ. ਅਰਥਕੁਏਕ ਨਾ ਆ ਜਾਣ, ਸਾਈਕਲੋਨਸ ਨਾ ਆ ਜਾਣ. ਠੀਕ ਹੈ ਜੀ. ਸੋ ਉਹਦੇ ਨਾਲ ਕੀ ਹੁੰਦਾ ਬਿਜ਼ਨਸ ਦੇ ਜਿਹੜੇ ਰਿਸਕ ਐਸਟਸ ਆ ਜੋ ਡਿਕਰੀਜ਼ ਹੋ ਜਾਂਦੇ, ਘੱਟ ਜਾਂਦੇ ਆ, ਲੋਸ ਹੋ ਜਾਂਦਾ ਆਪਾਂ ਨੂੰ. ਸੋ ਲਾਈਕ ਦੂਜਾ ਰਾਜੇ ਆਪਣੇ ਕੋਲ ਆ ਜਾਂਦਾ ਹੈਗਾ ਲਾਈਕ ਕਿਸੇ ਹਿਊਮਨ ਬੀਇੰਗਸ ਜਿਹੜਾ ਬਿਜ਼ਨਸਮੈਨ ਹੈਗਾ ਸਪੋਜ਼ ਕਰੋ ਠੀਕ ਹੈ ਉਹਦੀ ਡੈਥ ਹੋ ਗਈ ਜਾਂ ਉਹਨੂੰ ਇਲਨੈਸ ਆ ਗਈ, ਕੋਈ ਬਿਮਾਰ ਹੋ ਗਿਆ ਨਾ, ਉਹਦੇ ਨਾਲ ਵੀ ਕੀ ਹੋਊਗਾ ਰਾਜੇ ਆਪਣੇ ਬਿਜ਼ਨਸ ਦੀ ਅਰਨਿੰਗ ਕੈਪੈਸਿਟੀ ਬਹੁਤ ਜ਼ਿਆਦਾ ਇਫੈਕਟ ਹੁੰਦੀ ਹੈ. ਸੋ ਇਹ ਵਾਲੇ ਜਿਹੜੇ ਇਵੈਂਟਸ ਆਲ ਇਵੈਂਟਸ ਜਿਹੜੇ ਅਕਰ ਹੁੰਦੇ ਆ ਰਾਜੇ ਹੈ ਨਾ, ਇਹ ਕਿਸੇ ਵੀ ਪਰਸਨ ਦੇ ਕੰਟਰੋਲ ਤੋਂ ਬਿਯੋਂਡ ਹੁੰਦੇ ਆ. ਆਪਾਂ ਇਹਨੂੰ ਕੋਈ ਵੀ ਬਿਜ਼ਨਸਮੈਨ, ਕੋਈ ਵੀ ਹਿਊਮਨ ਜਿਹਨਾਂ ਨੂੰ ਕੰਟਰੋਲ ਨਹੀਂ ਕਰ ਸਕਦਾ, ਆਪਾਂ ਇਹਨੂੰ ਰੋਕ ਨਹੀਂ ਸਕਦੇ. ਡੈਟ ਆਰ ਅਨਅਵੋਇਡੇਬਲ ਪਾਰਟ ਹੈਗਾ ਬਿਜ਼ਨਸ ਦਾ. ਦੇ ਕੰਟੀਨਿਊ ਟਿਲ ਦਾ ਬਿਜ਼ਨਸ ਕੰਟੀਨਿਊ. ਰਿਸਕ ਉਦੋਂ ਤੱਕ ਰਹਿੰਦਾ ਰਾਜੇ ਜਦੋਂ ਤੱਕ ਬਿਜ਼ਨਸ ਚੱਲੂਗਾ. ਸੋ ਕਰੈਕਟਰਿਸਟਿਕਸ ਆਫ ਦਾ ਬਿਜ਼ਨਸ ਰਿਸਕ, ਫਸਟ ਆਫ ਆਲ ਅਨਸਰਟੇਨਟੀ ਜੀ. ਅਨਸਰਟੇਨਟੀ ਹੁੰਦਾ ਰਾਜੇ ਸਡਨਲੀ, ਅਚਨਚੇਤ. So uncertainty is an inseparable part of the business risk. ਇਹਨੂੰ ਆਪਾਂ ਅਲੱਗ ਨਹੀਂ ਕਰ ਸਕਦੇ ਜੀ. ਠੀਕ ਹੈ. This may be due to an act of the God or man made. ਅਨਸਰਟੇਨਟੀ ਜਿਹੜੀਆਂ ਹੁੰਦੀਆਂ ਆ ਰਾਜੇ ਗੋਡ ਦੇ ਥਰੂ ਨੈਚੁਰਲ ਵੀ ਹੋ ਸਕਦੀਆਂ ਅਤੇ ਮੈਨ ਮੇਡ ਵੀ ਹੋ ਸਕਦੀਆਂ. ਮੈਨ ਮੇਡ ਲਾਈਕ ਰਾਜੇ ਜਿਵੇਂ ਲੌਕਆਊਟਸ ਹੋ ਗਏ, ਸਟ੍ਰਾਈਕਸ ਹੋ ਗਏ, ਐਕਸੀਡੈਂਟਸ ਹੋ ਗਏ, ਥੈਫਟ ਹੋ ਗਈ. ਠੀਕ ਹੈ ਜੀ. ਜਿਹਦੇ ਨਾਲ ਰਾਜੇ ਹਿਊਮਨ ਦੇ ਕਿਸੇ ਐਕਸ਼ਨ ਦਾ ਕਰਕੇ ਜਦੋਂ ਕੰਪਨੀ ਨੂੰ ਲੋਸ ਹੁੰਦਾ, ਉਹ ਵੀ ਆਪਾਂ ਨੂੰ ਰਿਸਕ ਹੁੰਦਾ. ਆਪਾਂ ਨੂੰ ਨਹੀਂ ਪਤਾ ਕੱਲ੍ਹ ਨੂੰ ਐਕਸੀਡੈਂਟ ਹੋ ਗਿਆ ਕਿ ਠੀਕ ਹੈ ਕਿਸੇ ਇੰਪਲੋਈ ਦਾ ਜਾਂ ਕਿਸੇ ਬੌਸ ਦਾ ਹੈ ਨਾ, ਲਾਈਕ ਕੋਈ ਕਹਿ ਲਓ ਸਟ੍ਰਾਈਕਸ ਹੋ ਗਈਆਂ ਹੈ ਨਾ, ਲੌਕਆਊਟਸ ਲੱਗ ਗਏ. ਠੀਕ ਹੈ ਜੀ. ਦੈਨ ਸਿਮਿਲਰਲੀ ਚਾਂਸ ਆਫ ਲੋਸ ਆਫ ਪ੍ਰੋਫਿਟ ਐਂਡ ਐਸਟ ਲਾਈਫ ਡਿਊ ਟੂ ਨੈਚੁਰਲ ਕਲਾਈਮੇਟਸ ਲਾਈਕ ਫਲੱਡ ਵਗੈਰਾ ਆ ਗਏ ਰਾਜੇ. ਠੀਕ ਹੈ ਜੀ. ਅਰਥਕੁਏਕ ਆ ਗਏ, ਫੈਮਿਨੀ ਆ ਗਏ, ਸਾਈਕਲੋਨਸ ਆ ਗਏ. ਠੀਕ ਹੈ ਜੀ. there are also other uncertainties such as the unfavorable change in government policy. ਆਪਾਂ ਨੂੰ ਪਤਾ ਨਹੀਂ ਰਾਜੇ ਕਦੋਂ ਕਿਹੜੀ ਨਵੀਂ ਪਾਲਿਸੀ ਅਕਰ ਹੋ ਜਾਣੀ, ਇਹਨਾਂ ਨੇ ਇੰਪਲੀਮੈਂਟ ਕਰ ਦੇਣੀ ਹੈ. ਠੀਕ ਹੈ. ਲਾਈਕ ਚੇਂਜ ਇਨ ਪ੍ਰਾਈਸਿਸ ਆ ਗਏ, ਮਾਰਕੀਟ ਫੋਰਸਿਸ ਲੈਵਲ ਚੇਂਜ ਹੋ ਗਿਆ. ਠੀਕ ਹੈ ਜੀ. ਸੈਕਿੰਡ ਹੈ ਜੀ ਨੇਚਰ ਆਫ ਦਾ ਬਿਜ਼ਨਸ. ਨੇਚਰ ਜਿਹੜਾ ਉਹ ਬਿਜ਼ਨਸ ਜੋ ਵੀ ਰਿਸਕ ਨੂੰ ਬਹੁਤ ਡਿਪੈਂਡ ਕਰਦਾ ਰਿਸਕ ਦੇ ਉੱਪਰ. ਠੀਕ ਹੈ ਜੀ. ਅਮਾਊਂਟ ਆਫ ਰਿਸਕ ਡਿਪੈਂਡ ਕਰਦੀ ਆ ਵੀ ਬਿਜ਼ਨਸ ਕਿਸ ਤਰ੍ਹਾਂ ਦੇ ਪ੍ਰੋਡਕਟਸ ਵਿੱਚ ਡੀਲ ਕਰਦਾ ਹੈ ਨਾ. ਦੇਖੋ ਜਿੱਥੇ ਬਿਜ਼ਨਸ ਜਿਹੜਾ ਹੈਗਾ ਰਾਜੇ ਨੈਸੈਸਿਟੀ ਪ੍ਰੋਡਕਟਸ ਦੇ ਵਿੱਚ ਡੀਲ ਕਰਦਾ, ਲਾਈਕ ਉਹ ਵਾਲੇ ਪ੍ਰੋਡਕਟਸ ਜਿਨ੍ਹਾਂ ਦੀ ਡਿਮਾਂਡ ਹਮੇਸ਼ਾ ਸਟੇਬਲ ਰਹਿੰਦੀ ਆ. ਲਾਈਕ ਨੈਸੈਸਿਟੀ ਪ੍ਰੋਡਕਟਸ ਆਪਣੇ ਕਿਹੜੇ ਕਿਹੜੇ ਹੋ ਸਕਦੇ ਆ, ਲਾਈਕ ਜਿਵੇਂ ਕਹਿ ਲਓ ਤੁਸੀਂ ਸਾਲਟ ਹੋ ਗਿਆ ਹੈ ਨਾ, ਰਾਈਸ ਹੋ ਗਿਆ, ਵੀਟ ਹੋ ਗਿਆ, ਫਲੋਰ ਹੋ ਗਿਆ. ਠੀਕ ਹੈ ਜੀ.
ਇਹ ਸਾਰੀਆਂ ਆਪਣੇ ਸਰਵਾਈਵ ਕਰਨ ਲਈ ਕੰਪਲਸਰੀ ਪ੍ਰੋਡਕਟਸ ਆ ਜੀ। ਠੀਕ ਹੈ, ਸੋ ਇਹਨਾਂ ਦੀ ਡਿਮਾਂਡ ਹਮੇਸ਼ਾ ਸਟੇਬਲ ਰਹਿੰਦੀ, ਮਤਲਬ ਪਰਸਨ ਇਹਨਾਂ ਦੀ ਡਿਮਾਂਡ ਕਰਦਾ ਹੀ ਕਰਦਾ। ਠੀਕ ਹੈ ਜੀ, ਸੋ ਇੱਥੇ ਰਿਸਕ ਜਿਹੜਾ ਹੈਗਾ ਉਹ ਮਿਨੀਮਾਈਜ਼ ਹੋਊਗਾ। ਬਟ ਔਨ ਦਾ ਅਦਰ ਹੈਂਡ ਜਿੱਥੇ ਰਿਸਕ ਜ਼ਿਆਦਾ ਹੋਊਗਾ ਰਾਜੇ, ਉੱਥੇ ਬਿਜ਼ਨਸ ਕਿੱਥੇ ਹੋਊਗਾ, ਜਿੱਥੇ ਬਿਜ਼ਨਸ ਫੈਸ਼ਨੇਬਲ ਪ੍ਰੋਡਕਟਸ ਵੀ ਡੀਲ ਕਰਦਾ ਹੈ ਨਾ। ਲਾਈਕ ਜਿਵੇਂ ਕਿਉਂਕਿ ਆਪਾਂ ਨੂੰ ਪਤਾ ਜਿਹੜੇ ਫੈਸ਼ਨ ਹੈਗਾ ਰਾਜੇ ਅੱਜ ਕੱਲ੍ਹ ਚੇਂਜ ਹੋ ਰਿਹਾ ਵਿਦ ਦਾ ਟਵਿੰਕਲਿੰਗ ਆਫ ਦਾ ਆਈ। ਅੱਖ ਝਪਕਣ ਦੇ ਸਾਰੇ ਡੇ ਬਾਏ ਡੇ ਟੂ ਡੇ ਕੀ ਹੋ ਰਿਹਾ ਰਾਜੇ, ਫੈਸ਼ਨ ਕੀ ਹੋ ਰਿਹਾ, ਚੇਂਜ ਹੋ ਰਿਹਾ। ਅੱਜ ਹੋ ਰਿਹਾ, ਕੱਲ੍ਹ ਨੂੰ ਹੋ ਰਿਹਾ। ਸੋ ਜੋ ਵੀ ਕੰਪਨੀ ਫੈਸ਼ਨੇਬਲ ਪ੍ਰੋਡਕਟਸ ਵਿੱਚ ਡੀਲ ਕਰਦੇ ਰਾਜੇ, ਉੱਥੇ ਉਨਾ ਹੀ ਰਿਸਕ ਐਲੀਮੈਂਟ ਜ਼ਿਆਦਾ ਹੈ। ਅਨਅਵੋਇਡੇਬਲ ਰਿਸਕ ਜਿਹੜੇ ਹੈਗੇ ਰਾਜੇ ਅਨਅਵੋਇਡੇਬਲ ਹੈ, ਮਤਲਬ ਆਪਾਂ ਨੂੰ ਅਵੋਇਡ ਨਹੀਂ ਕਰ ਸਕਦੇ। ਇਹ ਜਦੋਂ ਤੱਕ ਬਿਜ਼ਨਸ ਕੰਟੀਨਿਊ ਚੱਲੂਗਾ ਰਾਜੇ, ਜਿਹੜੇ ਬਿਜ਼ਨਸ ਰਿਸਕ ਹੈ ਇਹ ਵੀ ਉਹਦੇ ਨਾਲ ਸਾਈਡ ਬਾਏ ਸਾਈਡ ਕੰਟੀਨਿਊ ਚੱਲਣਗੇ। ਓਕੇ ਜੀ, ਸਾਈਜ਼ ਆਫ ਦਾ ਬਿਜ਼ਨਸ ਦੇਖੋ ਰਾਜੇ, ਸਿੱਧੀ ਜੀ ਨੋਰਮਲ ਸਟੇਟ ਗੱਲ ਹੈਗੀ ਹੈ ਵੀ ਜਿੰਨਾ ਰਾਜੇ ਸਾਈਜ਼ ਬਿਜ਼ਨਸ ਦਾ ਜ਼ਿਆਦਾ ਹੋਊਗਾ, ਰਿਸਕ ਜਿਹੜਾ ਫੈਕਟਰ ਹੈਗਾ ਉਨਾ ਹੀ ਜ਼ਿਆਦਾ ਹੋਣਾ ਹੈ। ਠੀਕ ਹੈ, ਜਿੱਥੇ ਸਾਈਜ਼ ਜਿਹੜਾ ਬਿਜ਼ਨਸ ਦਾ ਉਹ ਸਮੋਲ ਹੈਗਾ, ਰਿਸਕ ਵੀ ਉੱਥੇ ਉਨਾ ਹੀ ਘੱਟ ਹੋਊਗਾ। ਪ੍ਰੋਫਿਟ ਐਸ ਅ ਰਿਵਾਰਡ ਦੇਖੋ, ਪ੍ਰੋਫਿਟ ਇਜ਼ ਅ ਰਿਵਾਰਡ ਆਫ ਦਾ ਰਿਸਕ। ਪ੍ਰੋਫਿਟ ਐਂਡ ਰਿਸਕ ਗੋ ਸਾਈਡ ਬਾਈ ਸਾਈਡ। ਹਾਇਰ ਦਾ ਰਿਸਕ there is more expectation of the profit and vice versa. General business environment, the degree of the risk also depends upon the general business environment. If the general business environment is peaceful ठीक है, it is good for the business prospect. In the case it is ਜੇਕਰ ਉਹ disturbed ਰਹੇ ਤਾਂ ਉਹ ਬਿਜ਼ਨਸ ਦੇ ਪ੍ਰੋਸਪੈਕਟਸ ਨੂੰ ਮਤਲਬ ਕਿ ਇਫੈਕਟ ਕਰਦੀ ਹੀ ਕਰਦੀ ਹੈ। ਕੰਪੀਟੀਸ਼ਨ, ਜਿੰਨਾ ਕੰਪੀਟੀਸ਼ਨ ਜ਼ਿਆਦਾ ਹੋਊਗਾ ਉੱਥੇ ਰਿਸਕ ਵੀ ਉਨਾ ਹੀ ਜ਼ਿਆਦਾ ਹੋਊਗਾ। ਜਿਹੜੀ ਮੋਨੋਪਲੀ ਮਾਰਕੀਟ ਆ ਜਾਂਦੀ ਹੈ ਜੀ, ਉੱਥੇ ਉਨਾ ਹੀ ਰਿਸਕ ਘੱਟ ਹੋਊਗਾ। ਮੋਨੋਪਲੀ ਮੀਨਸ ਉਹ ਵਾਲੀ ਮਾਰਕੀਟ ਹੁੰਦੀ ਹੈ ਜਿੱਥੇ ਓਨਲੀ ਸਿੰਗਲ ਸੈਲਰ ਹੁੰਦਾ ਅਤੇ ਖਰੀਦਣ ਵਾਲੇ ਬਹੁਤ ਜ਼ਿਆਦਾ ਹੁੰਦੇ। ਸਿੰਗਲ ਸੈਲਰ, ਲਾਰਜ ਨੰਬਰ ਆਫ ਬਾਇਰਸ, ਲਾਈਕ ਇਨ ਰੇਲਵੇ ਓਨਲੀ ਗੌਰਮੈਂਟ ਦੇ ਕੰਟਰੋਲ ਦੇ ਵਿੱਚ ਰਜੇ। ਠੀਕ ਹੈ ਜੀ, ਬਟ ਉਹਨੂੰ ਯੂਜ਼ ਕਰਨ ਵਾਲੇ ਉਹਨੂੰ ਮਤਲਬ ਉਹਨੂੰ ਡਿਮਾਂਡ ਕਰਨ ਵਾਲੇ ਬਹੁਤ ਜ਼ਿਆਦਾ ਹੈ। ਸੋ ਜਿੱਥੇ ਮੋਨੋਪਲੀ ਹੈਗੀ ਆ ਰਜੇ ਹੈ ਨਾ, ਉੱਥੇ ਰਿਸਕ ਕੀ ਆ, ਬਿਲਕੁਲ ਵੀ ਨਹੀਂ ਹੈਗਾ, ਮਿਨੀਮਮ ਹੋਊਗਾ ਉੱਥੇ ਬਹੁਤ ਜ਼ਿਆਦਾ। ਬਟ ਜਿੱਥੇ ਕੰਪੀਟੀਸ਼ਨ ਜ਼ਿਆਦਾ, ਇੱਕੋ ਪ੍ਰੋਡਕਟਸ ਨੂੰ ਵੇਚਣ ਵਾਲੇ ਬਹੁਤ ਜ਼ਿਆਦਾ ਹੈਗਾ, ਲਾਈਕ ਜਿਵੇਂ ਮੋਬਾਈਲ ਫੋਨ ਲੈ ਲਓ ਰਜੇ ਹੈ ਨਾ, ਕਿੰਨੇ ਬ੍ਰੈਂਡਸ ਹੈਗੇ ਆ ਹੈ ਨਾ, ਸੇਮ ਫੀਚਰਸ ਹੈਗੇ ਆ ਉਹਨਾਂ ਦੇ, ਉੱਥੇ ਕੰਪੀਟੀਸ਼ਨ ਬਹੁਤ ਜ਼ਿਆਦਾ ਅੱਜ ਕੱਲ੍ਹ ਮਾਰਕੀਟ ਦੇ ਵਿੱਚ। ਠੀਕ ਹੈ, ਹਰੇਕ ਕੋਈ ਆਪਦੇ ਪ੍ਰੋਡਕਟ ਸੇਲ ਕਰਨਾ ਚਾਹੁੰਦਾ, ਸੇਮ ਪ੍ਰੋਡਕਟ ਹੈ। ਓਕੇ, ਕਾਜ਼ਸ ਆਫ ਦਾ ਬਿਜ਼ਨਸ ਰਿਸਕ ਰਜੇ 6 ਮੇਨ ਕਾਜ਼ਸ: natural, economic, political, physical, human and miscellaneous. So first look at natural causes. Natural causes, there are the causes over which human beings have no control, ਜਿਨ੍ਹਾਂ 'ਤੇ ਹਿਊਮਨ ਦਾ ਕੋਈ ਕੰਟਰੋਲ ਨਹੀਂ ਹੁੰਦਾ। ਲਾਈਕ ਜਿਵੇਂ ਫਲੱਡ ਆ ਗਏ ਰਜੇ ਹੈ ਨਾ ਜੀ, ਠੀਕ ਹੈ, ਅਰਥਕੁਏਕ ਆ ਗਿਆ ਹੈ ਨਾ ਆਪਣੇ ਕੋਲੇ। ਠੀਕ ਹੈ, ਸੋ ਦੇਖੋ ਇਹ 3 ਤਰ੍ਹਾਂ ਦੇ ਹੁੰਦੇ ਆ। ਸੀਜ਼ਨਲ ਚੇਂਜ, ਜਿਹੜਾ ਮੌਸਮ ਚੇਂਜ ਹੋਣ ਦੇ ਨਾਲ ਆਉਂਦਾ ਹੈ ਨਾ, ਐਕਸਟ੍ਰੀਮ ਸਮਰ, ਬਹੁਤ ਜ਼ਿਆਦਾ ਗਰਮੀ, ਵਿੰਟਰ, ਰੇਨਸ ਐਕਸੈਕਟਰਾ ਆਰ ਦਾ ਸੀਜ਼ਨਲ ਚੇਂਜ ਹੈ ਜੀ, ਵਿਚ ਇਫੈਕਟ ਦਾ ਐਗਰੀਕਲਚਰ ਐਸ ਵੈਲ ਐਜ਼ ਦਾ ਇੰਡਸਟਰੀ, ਦੋਨਾਂ ਨੂੰ ਬਹੁਤ ਇਫੈਕਟ ਕਰਦੇ ਆ। ਜਿਓਲੋਜੀਕਲ, ਨੈਚੁਰਲ ਚੇਂਜਸ ਇਨਸਾਈਡ ਦਾ ਅਰਥ ਸਮਟਾਈਮਸ ਰਿਜ਼ਲਟ ਇਨ ਦਾ ਅਰਥਕੁਏਕ। ਠੀਕ ਹੈ, ਐਂਡ cause huge loss to the business as well as the mankind. For example, earthquake in Gujarat. देखो earthquake होना पता ही भी, बिल्डिंगां बहुत ज़्यादा है ना रिस्क हो जाता है, गिर जाएंगी, फैक्ट्रीज कोलैप्स हो जाती हैं। अदर नेचुरल क्लाइमेट्स लाइक जो ही लाइटनिंग हो गया, इन्वायरमेंट पोल्यूशन हो गया। ठीक है, अदर क्लाइमेट्स है विच मे बी कॉज। ठीक है, ऑन द अदर हैंड क्लाइमेट्स ਜਿਹੜੀ ਇਹ ਕਲਾਈਮੇਟਸ ਹੁੰਦੀਆਂ ਰਜੇ, ਠੀਕ ਹੈ, ਇਹਦੇ ਨਾਲ ਬਿਜ਼ਨਸ ਨੂੰ ਬਹੁਤ ਜ਼ਿਆਦਾ ਲੋਸ ਅਕਰ ਹੁੰਦਾ। ਦੈਨ ਆ ਗਿਆ ਜੀ ਇਕਨੋਮਿਕ ਕਾਜ਼ਸ। ਅਨਫੇਵਰੇਬਲ ਚੇਂਜ ਇਨ ਦਾ ਇਕਨੋਮਿਕ ਐਕਟੀਵਿਟੀਜ਼ ਇਜ਼ ਪੋਟੈਂਟ ਰਿਸਕ ਫੈਕਟਰ ਫॉर ਦਾ ਬਿਜ਼ਨਸ। ਆਪਣੀ ਇਕੋਨਮੀ ਦੇ ਵਿੱਚ ਜੋ ਵੀ ਚੇਂਜਸ ਆਉਂਦੇ ਆ ਹੈ ਨਾ, ਲਾਈਕ ਜਿਵੇਂ ਜੀ ਡਿਮਾਂਡ ਅਤੇ ਸਪਲਾਈ ਦੇ ਵਿੱਚ ਇੰਬੈਲੈਂਸ ਹੈਗਾ, ਜਾਂ ਡਿਮਾਂਡ ਬਹੁਤ ਜ਼ਿਆਦਾ ਜਾਂ ਸਪਲਾਈ ਬਹੁਤ ਜ਼ਿਆਦਾ, ਜਾਂ ਇੱਕ ਘੱਟ ਇੱਕ ਜ਼ਿਆਦਾ ਹੈ। ਫਲਕਚੁਏਸ਼ਨਸ ਇਨ ਦਾ ਪ੍ਰਾਈਸ ਆਫ ਦਾ ਗੁਡਸ, ਪ੍ਰਾਈਸ ਜਿਹੜੇ ਪ੍ਰਾਈਸ ਆਫ ਗੁਡਸ ਦੇ ਚੇਂਜ ਹੁੰਦੇ ਰਹਿੰਦੇ ਆ, ਲਾਈਕ ਫਲਕਚੁਏਸ਼ਨ ਬਹੁਤ ਜ਼ਿਆਦਾ ਹੁੰਦੀ, ਕਦੇ ਵੱਧ ਗਏ ਕਦੇ ਘੱਟ ਗਏ, ਇਸ ਤਰ੍ਹਾਂ। ਐਕਸੈਸਿਵ ਕੰਪੀਟੀਸ਼ਨ, ਬਹੁਤ ਜ਼ਿਆਦਾ ਕੰਪੀਟੀਸ਼ਨ ਹੈ ਜੀ। ਡਿਪਰੈਸ਼ਨ ਇਨ ਦਾ ਮਾਰਕੀਟ ਦੇ ਵਿੱਚ ਮੰਦੀ ਚੱਲ ਰਹੀ ਹੈ। ਟੈਕਨੋਲੋਜੀ ਦੇ ਵਿੱਚ ਚੇਂਜਸ ਆ ਰਹੇ ਆ। ਠੀਕ ਹੈ, ਦੈਨ ਹਿਊਮਨ ਕਾਜ਼ਰ ਜੀ, ਬਿਜ਼ਨਸ ਮੇ ਸਫਰ ਲਾਸ ਡਿਊ ਟੂ ਦ ਇੰਟੈਂਸ਼ਨ ਔਰ ਦ ਅਨਇੰਟੈਂਸ਼ਨਲ ਐਕਸ਼ਨ ਆਫ ਦ ਹਿਊਮਨ ਬੀਂਗਸ। ਮਤਲਬ ਉਹਦੀ ਮਰਜ਼ੀ ਜਾਂ ਉਹਦੀ ਬਿਨਾਂ ਮਰਜ਼ੀ ਤੋਂ ਜੀ ਹਿਊਮਨ ਦੇ ਕਿਸੇ ਗਲਤੀ ਨਾਲ ਜਾਂ ਹੈ ਨਾ ਜਾਣ ਬੁੱਝ ਕੇ ਕੀਤੇ ਗਏ ਕੰਮ ਦੇ ਨਾਲ ਜਿਹੜਾ ਲਾਸ ਹੁੰਦਾ, ਉਹ ਵੀ ਆਪਾਂ ਨੂੰ ਰਿਸਕ ਹੈ।
ਜਿਵੇਂ ਸਟ੍ਰਾਈਕਸ ਤੇ ਲੌਕਆਊਟਸ ਹੁੰਦੇ ਆ, ਠੀਕ ਹੈ, ਡਿਊ ਟੂ ਦ ਮਿਸਅੰਡਰਸਟੈਂਡਿੰਗ ਬਿਟਵੀਨ ਦਾ EMPLOYER ਐਂਡ EMPLOYE। ਤੇ ਜਿਹੜੇ ਰੂਟਸ ਐਂਡ ਜਿਹੜੇ ਬੈਂਡਸ ਹੁੰਦੇ ਐਕਸੈਕਟਰਾ ਡਿਊ communal and the political reasons, losses due to the dishonesty of the employees, losses due to the negligence and the carelessness of the employees, ਠੀਕ ਹੈ, EMPLOYE ਦੀ ਕਿਸੇ ਲਾਪਰਵਾਹੀ ਕਰਕੇ ਜਿਹੜਾ ਵੀ ਹੁੰਦਾ ਆਪਾਂ ਨੂੰ loss। Political causes raje, it involve all those causes which result in risk of loss to business। ਕਿਹੜੀ ਕਿਹੜੀ ਰਾਜੇ ਦੇਖੋ, ਫਰਸਟਲੀ ਪਹਿਲਾਂ ਤਾਂ ਚਲੋ ਨਿਊ ਇਨਵੈਂਸ਼ਨ may make the existing machines outdated। ਜਦੋਂ ਰਾਜੇ ਨਵੀਂ ਮਸ਼ੀਨ ਆ ਜਾਂਦੀ ਹੈ, ਪੁਰਾਣੀ ਮਸ਼ੀਨ ਆਊਟਡੇਟਡ ਹੋ ਜਾਂਦੀ ਹੈ, ਠੀਕ ਹੈ ਜੀ। ਲਾਈਕ ਜੇ ਆਪਾਂ ਇਹ ਕਹਿੰਦੇ ਵੀ ਇਹ ਮਸ਼ੀਨ 5 ਸਾਲ ਚੱਲੂਗੀ, ਬਟ ਉਹਦੀ ਜਿਹੜੀ ਟੈਕਨੋਲੋਜੀ ਹੈਗੀ ਆ ਹੈ ਨਾ, ਉਹ 2 ਸਾਲ ਬਾਅਦ ਹੀ ਚੇਂਜ ਹੋ ਗਈ, ਠੀਕ ਹੈ। ਆਪਾਂ 5 ਸਾਲ ਮੰਨ ਕੇ ਚੱਲੇ ਸੀ, ਹੁਣ 2 ਸਾਲ ਬਾਅਦ ਹੀ ਆਪਾਂ ਨੂੰ ਉਹ ਬਦਲਣੀ ਪੈਣੀ ਆ। ਰਿਸਕ ਹੈ ਰਾਜੇ ਐਕਸੀਡੈਂਟਸ ਡਿਊ ਟੂ ਦ ਮਕੈਨੀਕਲ ਡਿਫੈਕਟਸ, ਦੇ ਮਸ਼ੀਨ ਦੇ ਖਰਾਬ ਹੋਣ ਕਰਕੇ ਐਕਸੀਡੈਂਟ ਹੋ ਗਿਆ। Loss to the asset due to the carelessness of the employees ਦੀ ਲਾਪਰਵਾਹੀ ਕਰਕੇ loss ਹੁੰਦਾ ਕੋਈ ਵੀ ਰਾਜੇ। ਪੋਲੀਟੀਕਲ ਕਾਜ਼ਸ ਕਿਹੜੇ ਕਿਹੜੇ ਆ? there is a risk of loss of to business due to change in the policies of the ਗੌਰਮੈਂਟ ਦੀ ਪਾਲਿਸੀ ਦੇ ਵਿੱਚ ਚੇਂਜ ਆਉਣਾ ਜਿਹੜਾ loss ਹੁੰਦਾ, ਰਿਸਕ ਹੁੰਦਾ। ਫਸਟ ਦੇਖੋ, change of the government policy with respect to license, taxation, import and export। ਗੌਰਮੈਂਟ ਕੀ ਹੈ ਰਾਜੇ ਟਾਈਮ ਟੂ ਟਾਈਮ ਪੋਲਿਸੀਜ਼ ਨੂੰ ਚੇਂਜ ਕਰਦੇ ਰਹਿੰਦੇ ਆ, ਠੀਕ ਹੈ। ਜੇ ਉਹਨੇ ਲਾਇਸੈਂਸ ਵਾਲੀ ਕੋਈ ਪੋਲਿਸੀ ਚੇਂਜ ਕਰਤੀ ਹੈ ਨਾ, ਟੈਕਸਟੇਸ਼ਨ ਦੀ ਪੋਲਿਸੀ ਚੇਂਜ ਕਰਤੀ, ਐਕਸਪੋਰਟ ਇੰਪੋਰਟ ਟੈਕਸਿਸ ਦੇ ਵਿੱਚ ਇਨਕਰੀਜ਼ ਡਿਕਰੀਜ਼ ਕਰਤਾ, ਡਿਊਟੀਜ਼ ਇਨਕਰੀਜ਼ ਔਰ ਡਿਕਰੀਜ਼ ਕਰਤੀਆਂ, ਠੀਕ ਹੈ। ਚੇਂਜ ਇਨ ਦ ਇੰਡਸਟਰੀਅਲ ਪੋਲਿਸੀ, ਠੀਕ ਹੈ ਜੀ। ਲਾਈਕ ਜਿਹੜੀ ਆਪਣੀ ਨਿਊ ਇੰਡਸਟਰੀਅਲ ਪੋਲਿਸੀ 1991 ਦੇ ਵਿੱਚ ਬਣੀ ਸੀ ਰਾਜੇ, ਉਹਦੇ ਵਿੱਚ ਕੋਈ ਵੀ ਇਹਨਾਂ ਨੇ ਚੇਂਜ ਕਰਦੇ ਆ। ਚੇਂਜ ਇਨ ਦ ਪੋਲੀਟੀਕਲ ਸਿਸਟਮ ਐਂਡ ਆਈਡੀਓਲੋਜੀ, ਕੋਈ ਵੀ ਆਪਣਾ ਜਿਹੜਾ ਮੈਥਡ ਹੈਗਾ ਪੋਲੀਟੀਕਲ ਦਾ, ਜੇ ਉਹਦੇ ਵਿੱਚ ਕੋਈ ਵੀ ਚੇਂਜ ਆਉਂਦਾ। ਮਿਸਲੇਨੀਅਸ ਕਾਜ਼ਸ ਰਾਜੇ ਸਮਟਾਈਮਸ ਬਿਜ਼ਨਸ ਸਫਰ ਲਾਸ ਡਿਊ ਟੂ ਦ ਇਨਐਫੀਸ਼ੀਐਂਟ ਮੈਨੇਜਮੈਂਟ। ਹੋ ਸਕਦਾ ਰਾਜੇ ਕੰਪਨੀ ਦੀ ਮੈਨੇਜਮੈਂਟ ਵਧੀਆ ਨਾ ਹੋਵੇ, ਤਾਂ ਵੀ ਉਹਨਾਂ ਨੂੰ ਲਾਸ ਮਿਲਣਾ ਹੁੰਦਾ। ਜਿਹੜੇ ਇੰਪਲੋਈਜ਼ ਆ, ਜਿਹੜੇ ਉਹਦੇ ਮੈਨੇਜਰਸ, ਉਹ ਜ਼ਿਆਦਾ ਵਧੀਆ ਢੰਗ ਨਾਲ ਮੈਨੇਜ ਹੀ ਨਹੀਂ ਕਰ ਪਾ ਰਹੇ ਬਿਜ਼ਨਸ ਨੂੰ। ਇਟ ਰਿਜ਼ਲਟਸ ਇਨ ਰੋਂਗ ਪਲੈਨਿੰਗ ਹੋ ਸਕਦੀ ਆ, ਰੋਂਗ ਡਿਸੀਜ਼ਨ ਮੇਕਿੰਗ ਹੋ ਸਕਦੀ ਆ, improper execution of the part of the management, plans proper ਸਹੀ ਵੇ ਨਾਲ execute ਹੀ ਨਹੀਂ ਹੋ ਰਹੇ ਉੱਥੇ, which may cause huge losses to the business।